क्यों काम नहीं करना? दोवें घर दी मैंबर आए दोवें ठीक है। गोडे दुखते हैं? हाँ जी गोडे नवे पवा दिए फिर तेरे? मेरे भजे गया क्या ज्यादा तकलीफ गोडे? गोडे नवे पवा देने तेरे रोपड़ पाਉਂਦਾ है। कुदरती स्वाद बन गया देखो थोड़े घर है। हाँ जी जब दर्शन मिले हैं दिखा दो थोड़ी बोली है साड़ी बोली खाना पंत कर देंगे ना। हाँ जी मैंने तो कभी मैं सोचा भी नहीं कि तारे दर्शन है देखा। चलो मनु किहड़े पता सी मैं ਤੁਹਾਨੂੰ ਦੇਖੂਗਾ। हाँ जी क्या अवस्था होगी थोड़ी कितनी उम्र होगी? ध्यान लगे वो अपने माता ने पाड़े की पुत मैं कहता भी पड़ी पुड़ी आप पिछे ਹੁਣ ਜਨਮ ਤਰੀਕਾ ਪਾਉਂਦੇ ਬੱਚੇ ਨੇ ਉਹ ਕੌਣ ਬਣਾਉਂਦਾ ਹੁੰਦਾ ਹੈ ਉਮਰ ਤਾਂ ਛੋਟੀ ਹੀ ਕੋ ਮੈਨੂੰ ਪਿਛਲੇ ਦਿਨ ਤੋਂ ਮਾਰ ਗਈ ਰਾਹ ਹੀ ਇੱਕ 55 ਦੇ ਹੋਣਗੇ ਜੀ। ਦੋ ਪਤੀਜਾਂ ਦੇ ਵਿੱਚ ਤੋਂ ਜੋ ਮਾਰ ਗਈ ਉਹ ਤੁਹਾਡੇ ਕੀ ਲੱਗਦੇ ਵਾਈਫ 60 ਦਾ ਜਨਮ ਹੈ ਉਹਨਾਂ ਦੇ ਬੱਚਿਆਂ ਦੇ अब ਉਹ ਘਰ ਵੀ वो छोटा ਜੋ ਆਪਣੇ ਚਾਚਾ ਜੀ ਦਾ ਇੱਧਰ ਆਪਣਾ ਚਾਚਾ ਜੀ ਦਾ ਵੱਡਾ ਹੈ हाँ तीन भरा ना ਤਿੰਨੇ ਇਹਦੇ ਅੰਦਰ ਰਹਿੰਦੇ ਆ। ਹਾਂਜੀ ਹਾਂਜੀ ਦੋ ਇੱਧਰ ਹੈ ਤੀਸਰਾ प्लस 2 पहले बड़े ऊपर एक ऊपर सर बीए 83 ਤੇ ਚਾਰ ਪੂਰੀ ਤਰ੍ਹਾਂ ਕਰਕੇ बीए 2 ਸਾਲ ਆ ਗਏ ਐ ਦਿੱਕਤ ਆਉਂਦੀ ਹੈ ਘਰ ਦੀਆਂ ਮੁਸ਼ਕਿਲਾਂ ਕਰਕੇ ਪੜ੍ਹ ਨਹੀਂ ਸਕਦੇ। वही टाइम साधन में डैडी ने देखा राइटर नहीं चलता ना फिर नाल काम चला गया तो सर फिर सोच के भी बीए की एडमिशन लेना दोबारा स्टडी करिए नहीं एडमिशन। हाँ जी सोच के भाई ने जो कोई जॉब वगैरह ना ਕਿਹੜੀ ਕਲਾਸ ਤੱਕ ਪੜ੍ਹਿਆ? ਹਾਂਜੀ ਕਿਹੜੀ ਕਲਾਸ ਤੱਕ ਪੜ੍ਹਿਆ? ਮੈਂ ਪਲੱਸ 2 ਕਰਕੇ ਤੇ ਇਤਿਹਾਸ ਦਾ ਨਾ ਪਾਉਂਦਾ ਕਿ ਆਵੇ ਇਸ ਲਈ ਮੈਂ ਜੀ ਸਟੱਡੀ ਕਰ ਲਈ। मतलब प्लस 1 गई कि 2 प्लस 2 फाइनल नहीं करी? प्लस 2 फाइनल है बीए में फाइनल है और बीए तो ही फाइनल होगी या प्लस 3 होगी? हाँ जी अच्छा अपने ब्याह हो गया कुड़ियाँ? मेरे यहाँ रही हैं 2 बेटी इन्हें भी है कोंबला कोगल गोरप्रीत उसने सर बीकॉम कर लिया। बच्चे पढ़ाई आपसे रह गए क्या क्या पढ़ती हैं तुम? इधर आ गया दादी को बैठती होंगी कि नहीं? ताई को बैठती हैं गोडे खराब हो गए तो फिर ठीक नहीं करानी कपड़े कुपड़े अपने पाए तेरे रोपड़ कराने गोडे ठीक औखा ही काम है कोई बहुत औखा नहीं है 9 हो जाना। क्यों डरती नहीं कराऊंगी वो डरने की लोड़ नहीं एक ही करके करा ले पहला एक करा ले पर दूसरा कोई दिक्कत नहीं है ठीक हो जाते हैं। बापू जी अंदर कितनी पैली है थोड़े को? 3 भाई अपन 5 वो भी मेहनत करके 15 किले वाले सरदार मतलब 3 भाइयों करके बंद हो गए। पहला तो इकट्ठे एक साल ही लग रहा एक लाख होगा तो 2 10 किले च कितनी कमाई होती है? कुछ नहीं होती किन्नी आने ना खो दी मिट्टी खून
ਜਾਂ ਪਾਪਾ ਨੂੰ ਛੱਡ ਕੇ ਲਿਆ ਘਰ ਦਾ ਹੀ ਗੁਜ਼ਾਰਾ ਚੱਲਦਾ ਮਾੜਾ ਮੋਟਾ ਘਰ ਦਾ ਵੀ ਠੀਕ ਠੀਕ ਹੀ ਚੱਲ ਰਿਹਾ ਹਾਂਜੀ ਉੱਥੇ ਤੇਰੇ ਨਾਲ ਮਤਲਬ 10 ਕਿੱਲੇ ਨਾਲ ਵੀ ਕੋਈ ਖਾਸ ਗੁਜ਼ਾਰਾ ਨਹੀਂ ਹੁੰਦਾ ਉਹਦੇ ਦੇਖੇ ਤੇ ਨਾਲ ਪਾਈ ਜਿੰਨੇ ਕਮਾਈ ਦੇ ਉਹਨੇ ਲੱਗਦੇ ਜਾਂਦੇ ਆ ਉਹ ਬਿਮਾਰੀ ਦੇ ਲੱਗ ਦੇਖੋ ਪੜਾਈਆਂ ਦੇ ਬੱਚਿਆਂ ਦੇ ਲੱਗ ਗਏ ਹੁਣ ਇਹਨਾਂ ਦੇ ਨਾਲ ਜਦੋਂ ਇਹਨੇ ਪ੍ਰੋਬਲਮ ਕਰਕੇ ਆਪਾਂ ਨੂੰ ਉਹਨੇ 4-5 ਸਾਲ ਹੋ ਗਏ ਨਾਲ ਚਲੇ ਇੱਕ ਨੂੰ ਲਾਈ ਨਹੀਂ ਕਿਹੜਾ ਟਰੈਕਟਰ ਹੈ ਤੁਹਾਡੇ ਕੋਲ ਹਾਂਜੀ ਟਰੈਕਟਰ ਕਿਹੜਾ ਫਾਰਮ ਉਹ ਵੀ ਕਰ ਲਾਉਣ ਤੇ ਜਾ ਕੇ 10 ਕਿੱਲੇ ਵਾਲੇ ਦਾ ਇਸ ਤਰ੍ਹਾਂ ਹਾਲ ਹੈ 2-4-5 ਕਿੱਲੇ ਵਾਲਾ ਰੱਖਿਆ ਹੋਇਆ ਕਿਸਾਨੀ ਲਾਹੇ ਬੰਤਨ ਦਾ ਨਹੀਂ ਰਿਹਾ ਇਹਨੂੰ ਠੀਕ ਕਰਨਾ ਪਾਉਣਾ ਪਿਆ ਸਾਡੇ ਤੋਂ ਥੱਲੇ ਬਹੁਤ ਆ ਤੇ ਉੱਤੇ ਵੀ ਬਹੁਤ ਹੈ ਪਰ 10 ਕਿੱਲੇ ਵਾਲੇ ਹੀ ਬਹੁਤ ਘੱਟ ਰਹਿ ਗਏ 15 ਕਿੱਲੇ ਵਾਲੇ ਹੁਣ ਇਹ ਕੁੜੀ ਆ ਜੀ ਇਹਨੂੰ ਹੀ ਨਾ ਲਾਇਆ ਆਪਣੇ ਜੋਰ ਲਾ ਕੇ ਹੁੰਦਾ ਹੈ ਪੂਰੀ ਕਰ ਲੈ ਗੱਲ ਜਿਹੜੀ ਕਰਨੀ ਇੱਥੇ ਗੱਲ ਕਰ ਲਾਂ ਜਿਹੜੀ ਕਰਨੀ ਕੋਈ ਇਹ ਵੀ ਗੱਲ ਨਹੀਂ ਆਓ ਭਾਈ ਜੀ ਤੇ ਪਾਈਏ ਤੁਹਾਡੇ ਹਾਂਜੀ ਹੈ ਛੋਟਾ ਪਿਆਰ ਆ ਕੀ ਤਿਆਰ ਹੈ ਛੋਟਾ ਬਣ ਅੱਛਾ ਖਾਣ ਨੂੰ ਰੋਟੀ ਹਾਂ ਰੋਟੀ ਖਾਂਦੇ ਆ ਬੀਬੀ ਦੀਆਂ ਗੱਲਾਂ ਸੁਣ ਲਈ ਮੈਂ ਤਾਂ ਗੱਲਾਂ ਸੁਣਨਾ ਇਹ ਨੌਕਰੀ ਦੀ ਸਾਨੂੰ ਕੋਈ ਆਸ ਨਹੀਂ ਹਾਂਜੀ ਉਧਰ ਪਿੱਛੇ ਭਾਜੀ ਰੇਟੀ ਵੀ ਬਹੁਤ ਹੁਸ਼ਿਆਰ ਹੈ ਕਿਹੜੀ ਕਲਾਸ ਪੜ੍ਹਦੀ ਹੁਣ ਕੀ ਕਰਨਾ मुझे लगी मैं ही जॉब बारे वेट कर रही थी ਚੁੱਲ੍ਹੇ ਦੀ ਰੋਟੀ ਵਰਗਾ ਸਵਾਦ ਹੈ ਚੁੱਲ੍ਹੇ 'ਤੇ ਦਾਲ ਬਣਾਓ ਤੌੜੀ ਦੇ ਵਿੱਚ ਜ਼ਿਆਦਾ ਵਧੀਆ ਲੱਗਦਾ ਸਤਿ ਸ੍ਰੀ ਅਕਾਲ ਆ ਜਾਓ ਕੋਈ ਖੜਾ ਕਰੋ ਬੈਠੋ ਇਹ ਤੁਹਾਡੇ ਗੋਡੇ ਦੇ ਬਾਈ ਦੇ ਵੀ ਖਰਾਬ ਹੋਏ ਮਾਰਾ ਜੋਤੀ ਦੇ ਮਸਾਲੇ ਉਹਨਾਂ ਦਾ ਬੇਸ ਮੇਕਰ ਪਿਆ ਹਾਰ ਦਾ ਦੋ ਅੱਛਾ ਕਿੱਥੇ ਤੇ ਪੋਈ ਦੀ ਠੀਕ ਪੈ ਗਿਆ ਸੈੱਟ ਬੈਠ ਗਿਆ ਉਮਰ ਵੱਧ ਜਾਂਦੀ ਹੈ ਦੇਣਾ ਖਾਸੀ ਹਾਂਜੀ ਠੀਕ ਹੋ ਗਿਆ ਉਹ ਡਾਕਟਰ ਨੇ ਲਿਹਾਜ਼ ਬਹੁਤ ਕੀਤਾ ਇੱਕ ਵਾਰ ਸਫਾਈ ਹੋ ਗਈ ਨਹੀਂ ਤੇ ਅਸੀਂ ਪਵਾ ਨਹੀਂ ਹੋ ਸਕਦੇ ਉਹ ਦੱਸੀ ਮਹਾਰਾਜ ਨੇ ਉਹਨਾਂ ਦੇ ਮਨ ਚ ਕਿੰਨੇ ਪੈਸੇ ਲੱਗੇ ਉਹ 4 ਲੱਖ ਇਸ ਕੰਪਨੀ ਦਾ ਬੇਸ ਮੇਕਰ ਪਿਆ ਕਿੰਨੇ ਸਾਲ ਹੋ ਗਏ ਤੇ ਸਾਰੇ 2017 ਮਤਲਬ ਆਪਣਾ 3.5 ਤੋਂ 4 ਲੱਖ ਕੇ ਖਰਚਾ ਆ ਗਿਆ ਵੈਸੇ ਵੱਧ ਬੰਦਾ ਡਾਕਟਰ ਨੇ ਚਲੋ ਹੈਲਪ ਕੀਤੀ ਆਪਣੀ ਨਹੀਂ ਸੀ ਪਹੁੰਚ ਗਈ ਆਪਣੀ ਲਾਈਫ ਜੋ ਮਿਲਦੇ ਐਵੇਂ ਹੀ ਲੱਗਦਾ ਤੁਹਾਨੂੰ ਇੰਨੇ ਪੈਸੇ ਤਾਂ ਲੱਗ ਗਏ ਕਾਦੀ ਚਲੋ ਚੰਗਾ ਤੁਹਾਡਾ ਮਨ ਟਿਕਿਆ ਕੋਈ ਦੱਸ ਆਪਣੇ ਇਹਨਾਂ ਨੇ ਹੈਲਪ ਕੀਤੀ ਜਾਵੇ ਤਾਂ ਤੁਸੀਂ ਪਹਿਲਾਂ 15 ਕਿੱਲੇ ਵਾਲੇ ਦੇ ਮੁੰਡਿਆਂ ਦੇ ਅੱਗੇ ਵੰਡ ਹੋ ਗਏ ਹਾਂਜੀ ਤੁਸੀਂ ਕਿੰਨੇ ਭਾਈ ਸੀ ਇਹ 3 ਭਾਈ ਹੈਗੇ 4 ਸਾਲ ਅੱਛਾ ਇੱਕ ਪੂਰਾ ਹੋ ਗਿਆ ਫਿਰ 3 ਹੀ ਰਹਿ ਗਏ 3 ਹੀ ਕਰੀ ਫਿਰ ਮੇਰੇ ਤੁਹਾਡੇ ਪਹਿਲਾਂ 45 ਕਿੱਲੇ ਸੀ ਨਹੀਂ ਸਰ ਨਾ ਜੀ ਪਹਿਲਾਂ ਇਹਨਾਂ ਦਾ ਆਪਣੇ ਦਾਦਾ ਜੀ ਜਦੋਂ ਪਿੰਡ ਭੈਣੀ ਮਟਵਾ ਗੱਗੂ ਵਾਲੀ ਸੜਕ ਤੇ ਬਾਲ ਤੋਂ ਪਹਿਲਾਂ ਉੱਥੋਂ ਇੱਥੇ ਆਏ ਸੀ ਉੱਥੇ ਜਦ 3 ਭਾਈ ਸੀ ਜਦ ਨਹੀਂ ਬਣਦੇ ਮਤਲਬ ਜਿਹਦੇ 3 ਭਾਈ ਸੀ ਨਾ ਆਏ ਹਾਂ 3 ਭਾਈ ਹਾਂਜੀ 8-8 ਕਿੱਲੇ ਤਿੰਨਾਂ ਨੂੰ ਹਾਂਜੀ ਹਾਂਜੀ ਤੇ ਮੁੜ ਕੇ ਬੜੀ ਸਖਤੀ ਮਿਹਨਤ ਮੂਲਤ ਹੈ ਠੇਕੇ ਤੇ ਗੁਜ਼ਾਰਾ ਕੀਤਾ 8 ਕਿੱਲੇ ਨਾ ਉਹ ਬਹੁਤ ਮਿਹਨਤ ਕੀਤੀ ਬਾਪੂ ਨੇ ਤੇ ਪੈਸੇ ਤੇ ਲੈ ਕੇ ਬਣਾਈ ਹੈ ਆਪਣੀ ਡਾਂਗ ਸੋਟੀ ਆਪਣੇ ਹੱਥੇ ਰੱਖੀ ਵੀ ਹੈ ਇਹੋ ਤੋਰਦੀ ਮੈਨੂੰ ਨਹੀਂ ਮੇਰੇ ਕਹਿਣ ਦਾ ਮਤਲਬ ਜ਼ਮੀਨ ਆਪਣੇ ਨਾਂ ਰੱਖੀ ਕਿ ਮੁੰਡਿਆਂ ਦੇ ਕਰਾਤੀ ਖਾਲੀ ਹੋ ਗਈ ਸੇਵਾ ਕਰਦੇ ਆ ਕਰਦੇ ਇਹ ਵੀ ਚੰਗਾ ਜੀਦੇ ਜੀ ਭਾਟ ਲਾ ਲਿਆ ਸਾਡੇ ਪਿੰਡਾਂ 'ਚ ਕਹਿੰਦੇ ਕਿ ਮੈਂ ਨਹੀਂ ਆਪਣੀ ਛੋਟੀ ਛੱਡਣੀ ਮੈਂ ਆਪਣੀ ਛੋਟੀ ਆਪਣੇ ਕੋਲੇ ਰੱਖਣੀ ਗੁਰਦੌਰ ਸਾਹਿਬ ਆਏ ਮੈਨੂੰ ਕਹਿੰਦੇ ਸੀ ਉੱਥੇ ਜਦੋਂ ਕਰਨ ਗਏ ਤੇ ਕਹਿੰਦੇ ਵੀ ਤੁਸੀਂ ਥੋੜਾ ਬਾਹਰ ਰੱਖ ਲਈ
ਮੈਂ ਕਿਹਾ ਵੀ ਤੁਸੀਂ ਹੈਗੇ ਜੀ, ਆਂਦੇ ਅਸੀਂ ਤਾਂ ਫਿਰ ਹੈਗੇ ਆ। ਪਰ ਮੈਂ ਹੈਰਾਨ ਹੈ ਕਿ 10-15 ਕਿੱਲੇ 'ਚ ਵੀ ਕੋਈ ਬਹੁਤ ਵਧੀਆ ਉਹ ਨਹੀਂ ਹੈ। ਨਹੀਂ ਹੈ ਜੀ, 10-15 ਕਿੱਲੇ ਨਾਲ ਵੀ ਕੋਈ ਬਹੁਤ ਵਧੀਆ ਗੁਜ਼ਾਰਾ ਨਹੀਂ ਹੈ। ਨਾ ਨਹੀਂ ਜੀ ਨਹੀਂ, ਗੁਜ਼ਾਰਾ ਕਿੱਥੇ ਆ, ਮਹਿੰਗਾਈ ਜ਼ਿਆਦਾ ਹੋ ਗਈ ਮਹਿੰਗਾਈ ਹੋ ਗਈ ਹੈ, ਗੁਜ਼ਾਰਾ ਕਿੱਥੇ। ਮਹਿੰਗਾਈ ਆਮਦਨ ਨਾਲ ਪਲੱਸ ਹੋ ਗਈ ਹੈ ਜੀ। ਅੱਧਾ ਫਸਲ ਜਿਹੜਾ ਵਾ ਉਹ ਦਵਾਈ ਖਾ ਜਾਂਦੀ ਹੈ, ਕੁਝ ਦਵਾਈ, ਇਹ ਕੋਈ ਵਿਆਹ ਆ ਕੁਝ ਗਿਆ, ਬੱਚਿਆਂ ਦੀ ਪੜ੍ਹਾਈ, ਕੋਈ ਬੱਚਿਆਂ ਦੀ ਪੜ੍ਹਾਈ ਆਦਿ ਮਾਂ ਹੀ ਆ। ਤਿੰਨ ਗੋਡੀਆਂ ਰਹਿ ਗਈਆਂ ਵਿਆਹਣ ਵਾਲੀਆਂ, 2 ਕਰਨਾ ਚਾਹੀਦਾ ਇਹ ਸਰਕਾਰ ਹੀ ਕਰ ਸਕਦੀ ਹੈ ਜੀ। ਸਰਕਾਰ ਦੇ ਨਾਲ ਸਮਾਜ ਨੂੰ ਵੀ ਬਦਲਣਾ ਪੈਣਾ। ਹਾਂਜੀ ਬਾਕੀ ਸਰ ਅੱਗੇ ਨੂੰ ਕਹਿੰਦੇ ਆ ਕਿ ਬਹੁਤ ਲੋਕ ਸਮਝਦਾਰ ਹੋ ਗਏ ਨੇ, ਬਹੁਤ ਖਰਚਾ ਚਲਾ ਰਹੇ ਨੇ। ਆਮਦਨ ਹੈ ਨਹੀਂ ਕਿਸੇ ਪਾਸੇ, ਸਾਰੇ ਹਰ ਕੋਈ ਸਿੰਪਲ ਵਿਆਹ ਕਰਨਾ ਚਾਹਦਾ। ਜਿਹੜਾ ਮਾੜਾ ਉਹ ਵੀ ਅੰਦਰ ਤਗੜੀ ਵੀ ਜੇ ਸਰਕਾਰ ਵੱਲੋਂ ਹੀ ਫਿਕਸ ਕਰ ਦੋ ਜੀ ਭਾਈ 21 ਬੰਦੇ ਦੇ ਜ਼ਿਆਦਾ ਜਾਣੇ ਨੇ, ਇਹਨੂੰ ਗਰੀਬ ਸਾਰੇ ਲੋਕ ਬਚ ਜਾਣਗੇ। ਵੈਸੇ ਹਾਂਜੀ ਹੁਣ ਤਾਂ ਹੋੜ ਲੱਗੀ ਵੀ ਮੈਂ ਸਭ ਤੋਂ ਵਧੀਆ ਵਿਆਹ ਕਰਾਉਣਾ ਚਾਹੇ ਕਿੱਲੇ ਤੋਂ ਵੇਚਣੇ ਪਏ। ਹਾਂਜੀ ਬਿਲਕੁਲ ਲੋਕ ਸੋਚਦੇ ਹੀ ਕਰ ਸਕਦੇ, ਇਹਦਾ ਹੱਲ ਕੱਢਣਾ। ਹਾਂਜੀ ਸਿੰਪਲ ਕਰਦੇ ਆ। ਹਾਂਜੀ ਗੁਰਦੁਆਰਾ ਸਾਹਿਬ ਕੋਈ ਡੈਕ ਵਗੈਰਾ ਨਹੀਂ ਲੱਗਦਾ ਸ਼ਰਾਬਦਾਰੀ। ਅਸੀਂ ਵੀ ਆਪਣੇ ਮੁੰਡੇ ਦਾ ਸਿੰਪਲ ਕਰਿਆ ਗੁਰਦੁਆਰੇ 'ਚ। ਹਾਂਜੀ ਮੇਰੇ ਮੁੰਡੇ ਦਾ ਵਿਆਹ ਸੀ ਗੁਰਦੁਆਰੇ 'ਚ ਕਰਿਆ। ਹਾਂਜੀ ਦੇਖਿਆ ਸੀ ਉਹ ਜੇ ਸਾਰਿਆਂ ਤੋਂ ਚੰਗਾ ਵਾ ਜੇ ਉੱਥੇ ਗੱਲ ਬਣ ਜੇ ਤੇ ਕੋਈ ਦਹੇਜ ਨਹੀਂ ਲਿਆ, ਕੋਈ ਕੁਝ ਨਹੀਂ। ਹਾਂਜੀ ਹੋਰ ਸਾਰਿਆਂ ਤੋਂ ਗੱਲ ਚੰਗੀ ਹੋ ਜਾਂਦੀ ਹੈ ਨਾ, ਖਰਚੇ ਤੋਂ ਬਚ ਜਾਣਾ। ਇਸ ਤਰ੍ਹਾਂ ਜੇ ਹੁਣ ਕਰਨ ਲੱਗ ਜੀਏ ਤਾਂ ਕਿੰਨੇ ਡੰਗਰ ਰੱਖੇ ਹੋਏ ਤੁਸੀਂ? ਡੰਗਰ 6-7 ਹੋਣੇ ਆ। ਮੱਝਾਂ ਵੀ ਗਈਆਂ? 2-3 ਮੱਝਾਂ, 3 ਕੁ ਮੱਝਾਂ ਮੱਝਾਂ ਦੋ ਤਿੰਨ ਵਾਰਾਂ ਮੁੜਾਈਆਂ ਗਾਈਆਂ ਹੋ ਗਈਆਂ, ਰਲਦੀਆਂ ਰੁਲਦੀਆਂ। ਸੇਵਾ ਨਹੀਂ ਉਨੀ ਪੁੱਜਦੀ ਡੰਗਰ ਦੀ। ਮੈਂ ਉਹ ਘਰ ਗੈਮ ਲਿਆਂਦੀ ਹੈ। ਹਾਂਜੀ ਗੈਂ ਲਿਆਂਦੀ। ਹਾਂਜੀ ਮੈਂ ਕਿਹਾ ਯਾਰ ਕੋਈ ਬੱਚੀ ਵਾਲੀ ਲੱਭ ਕੇ ਲਿਆਈ। ਉਹ ਗਾਂ ਤਾਂ ਸਾਈਵਾਲ ਦੀ ਹੈ, ਹਾਂਜੀ ਤਾਂ ਬੱਚੀ ਕਿਸੇ ਹੋਰ ਦੀ ਲਾ ਲਿਆ ਨਾਲ। ਮੈਂ ਕਿਹਾ ਇਹ ਕਿਹਾ ਓਏ, ਬੱਚੀ ਤੂੰ ਕੋਈ ਹੋਰ ਲਈ ਫਿਰਦਾ ਹੈ। ਕਹਿੰਦਾ ਤੁਸੀਂ ਬੱਚੀ ਕਿਹਾ ਸੀ ਕਿ ਮੈਂ ਫਿਰ ਦੂਈ ਦੀ ਲਾ ਲਿਆ ਨਾਲ। ਬਾਅਦ ਚ ਸਾਰੇ ਇਹ ਤੋਂ ਕਿ ਚੱਲ ਗਏ ਪਏ ਦਿਨ ਬਾਅਦ ਚ। ਇਹ ਜਿਹੜੇ ਡੰਗਰਾਂ ਦੇ ਵਪਾਰੀ ਬਹੁਤ ਤੇਜ਼ ਹੁੰਦੇ, ਬਹੁਤ ਜ਼ਿਆਦਾ ਰੋਟੀ ਨਹੀਂ ਹੁੰਦੇ। ਤੁਹਾਡੇ ਕੋਲ ਆ ਕੇ ਮੈਨੂੰ ਬੜੀ ਜਾਣਕਾਰੀ ਮਿਲ ਗਈ। ਆਪਣੀ ਪਹਿਲੀ ਵੀ ਸਾਨੂੰ ਬਹੁਤ ਔਖੀ ਆਪਣੇ ਟਰੈਕਟਰ ਨਾਲ, ਉਹ ਕਿਉਂ ਤੇਲ ਮਹਿੰਗਾ। ਮੈਂ ਹੁਣ 5 ਰੁਪਏ ਸਸਤਾ ਕਰਿਆ ਡੀਜ਼ਲ, ਹੋਰ ਕਰ ਦੂੰ ਇਹ ਕਿਤੇ ਮਹਿੰਗਾ ਇਹ ਜਨਤਾ ਦਾ ਭਲਾ ਹੋ ਜੂ। ਮੈਂ ਤਾਂ ਇਸੇ ਕੰਮ ਪਰ ਲੱਗਿਆ ਵਾ। ਮੈਂ ਤਾਂ ਹੀ ਤੁਹਾਡੇ ਪਾਸ ਸੁਣਨ ਆਇਆ ਵੀ ਪਰੇਸ਼ਾਨੀਆਂ ਕਿਆ ਕਿਆ ਹੈ ਘਰ ਦੇ ਵਿੱਚ। ਪਤਾ ਤਾਂ ਲੱਗੇ ਨਾ, ਜਿਹੜੇ ਬੜੇ ਘਰਾਂ ਦੇ ਬਣ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਦਿੱਕਤ ਕਿਆ ਹੈ ਪਿੰਡਾਂ ਦੇ ਵਿੱਚ। ਨਾ ਜੀ ਨਾ, ਬਿਲਕੁਲ ਫਿਰ ਕੀ ਪਤਾ ਸਿਆਣੇ ਪਏ। ਉਹ ਤੇ ਆ ਜਾਂਦੇ ਉਹਨੂੰ ਮਗਾਈ ਸੀ ਕਰੋ ਤੇ ਉਹਨੂੰ ਪਤਾ ਨਹੀਂ। ਇਹ ਜਿਹੜੀ ਪਰਾਲੀ ਅੱਗ ਲਾਉਣੀ ਪੈਂਦੀ ਦਾ ਹੱਲ ਕੀ ਹੈ? ਸਰੋਂ ਆ ਕੀ ਮਸ਼ੀਨ ਤੇ ਇਕੱਠਾ ਬੰਨਣ ਵਾਲੀ ਇੱਕ ਵਗੈਰਾ ਬਣਵਾਈਆਂ। ਠੀਕ ਰਹੀਆਂ ਉਹ ਹਾਂਜੀ ਗੱਠਾ ਬੰਨ੍ਹਣੇ ਵਾਲਾ ਕੰਮ। ਹਾਂਜੀ ਉਹਦੇ ਚ ਸਾਨੂੰ ਕੋਈ ਬੈਨੀਫਿਟ ਨਹੀਂ ਹੈ। ਗੱਠਾ ਬਣਾਉਣ ਸਾਨੂੰ ਬੈਨੀਫਿਟ ਨਹੀਂ ਇਦਾਂ। ਉਹ ਗੱਠਾ ਬੰਨਣ ਦਾ ਖਰਚਾ ਮਿਲਣਾ ਚਾਹੀਦਾ। ਹਾਂਜੀ ਇਹ ਕਹਿ ਰਹੇ ਤੁਸੀਂ? ਹਾਂਜੀ ਉਹ ਖਰਚਾ ਵੀ ਸਾਡੇ ਕੋਲੋਂ ਲੈ ਲੈਂਦੇ ਆ ਤੇ ਆਖ ਦਿੰਦੇ ਸਾਨੂੰ ਪਰਾਲੀ ਵੀ ਫ੍ਰੀ ਮਿਲ ਜੇ ਗਾੜੀ। ਤੇ ਉਹ ਮਤਲਬ ਹਰ ਕੋਈ ਜ਼ਿਮੀਂਦਾਰ ਨੇ ਆ ਕੇ ਤੁਸੀਂ ਆਪ ਹੀ ਬਣਾ ਕੇ ਲੈ ਜਾਓ। ਲੋਕਾਂ ਵੀ ਆਪ ਮਾਰ ਕੇ ਜ਼ਿਮੀਂਦਾਰ ਨੂੰ ਕੋਈ ਫਾਇਦਾ ਨਹੀਂ। ਜ਼ਿਮੀਂਦਾਰ ਕਿਨੂੰ ਕਟਰ ਮਾਰ ਕੇ ਉੱਤੇ ਵੱਢ ਕੇ ਦਿੰਦਾ ਡੀਜ਼ਲ ਫੂਕ ਕੇ। ਉਹਦਾ ਪੈਸਾ ਮਿਲਣਾ ਚਾਹੀਦਾ। ਹਾਂਜੀ ਕੋਈ ਖਰਚਾ ਨਹੀਂ ਮਾਰਦਾ, ਫਿਰ ਕੋਈ ਦਿੱਕਤ ਨਹੀਂ। ਅਸੀਂ ਚਲੋ ਹੁਣ ਲੋਕ ਪਰਾਲੀ ਆਪਣੇ ਵਾਸਤੇ ਨਹੀਂ ਰੱਖਦੇ। ਉਹ ਰੱਖਦੇ ਕੋਈ ਘਰ ਜਿਹਨਾਂ ਨੂੰ ਥੋੜੀ ਥੋੜੀ ਜਿਹਨੂੰ ਜ਼ਰੂਰਤ ਪੈਂਦੀ ਆ ਉਹਦੇ ਤੂੜੀ ਕਾੜੀ ਪਾ ਦਿੰਦੇ।
ਅੱਗੇ ਤਾਂ ਕਹਿੰਦੇ ਧਾਨਾਂ ਦੇ ਪਿੰਡ ਪਰਾਲੀ ਦੇ ਪਤਾ ਲੱਗ ਜਾਂਦੇ, ਹੁਣ ਪਰਾਲੀ ਦੇ ਕੁੱਤੇ ਨਹੀਂ ਲੱਗਦੇ। ਹਾਂਜੀ ਹੁਣ ਪਰਾਲੀ ਸਾਨੂੰ ਲੋੜ ਸੀ, ਅਸੀਂ ਆਪਣੀ ਮਿਹਨਤ ਕਰਕੇ ਥੋੜੀ ਰੱਖੀ ਆਪਣੇ ਮਾਲ ਵਾਸਤੇ। ਬੰਦੇ ਆ ਕੋਈ ਬੱਜਾ ਬੁਈਆ ਇਹ ਲੇਬਰ ਆ, ਲੇਬਰ ਬਹੁਤ ਮਹਿੰਗੀ ਆ। ਹਾਂਜੀ ਆਈਏ ਸਾਹਿਬ। ਕਿੰਨੇ ਵਜੇ ਸੌਂਦੇ ਆ ਤੁਸੀਂ ਰੋਜ਼? ਹਾਂਜੀ ਰਾਤ ਨੂੰ ਕਿੰਨੇ ਵਜੇ ਸੌਂਦੇ ਆ? ਨਹੀਂ ਮੇਰਾ ਤੇ ਹੋਰ 9 ਵਜੇ ਮੈਂ ਇੱਕ ਵਾਰੀ ਉੱਠਦਾ, ਇੱਕ ਵਾਰੀ ਫੇਰ ਉੱਠਦਾ 11 ਵਜੇ। ਤੇ ਬਾਪੂ ਜੀ ਫਿਰ ਇੱਕ ਵਾਰੀ 11 ਵਜੇ ਕਰਦੇ ਨੇ ਤੇ ਸਾਫ ਆਉਂਦਾ, ਤੇ ਉਸ ਤੋਂ ਬਾਅਦ ਫੇਰ 12 1 ਫੇਰ 3। 3 ਵਜੇ ਇਸ਼ਨਾਨ ਕਰ ਲੈਣਾ ਮੈਂ ਡੇਲੀ। ਉਹ ਪਹਿਲੋਂ ਕਰਦਾ ਰਿਹਾ, ਫਿਰ ਹੁਣ ਲੱਤ ਹੁਣ ਸੱਟ ਸੱਟ ਲੱਗ ਲੱਗਣ ਗਈ। ਕਾਰਨ ਥੋੜਾ ਪਹਿਲੋਂ 2 ਵਜੇ ਵੀ ਇਸ਼ਨਾਨ ਕਰਦਾ ਡੇਲੀ। ਤੁਸੀਂ ਬਾਕੀ ਪਰਿਵਾਰ ਕਿੰਨੇ ਵਜੇ? ਤੁਸੀਂ ਕਿੰਨੇ ਵਜੇ ਸੌ ਜਾਂਦੀ ਆ? ਇਹਨਾਂ ਪੜਨਾ ਫੁਰਨਾ ਹੁੰਦਾ, ਸਭ ਤੋਂ ਲੇਟ ਇਹ 10 ਵਜੇ ਤੱਕ ਜਾਗਦੀ ਕੰਮ ਕਰਦੀ ਉਹ ਇਹ ਪੜ੍ਹਦੀ ਰਹਿੰਦੀ ਵਿਚਾਰੀ। ਚਲੋ ਘਰ ਦਾ ਕੰਮ ਵੀ ਬਹੁਤ ਪੈਣਾ ਹੈ। 10 ਵਜੇ ਤੱਕ ਹੁਣ ਤਾਂ ਸਵੇਰੇ ਕਿੰਨੇ ਵਜੇ ਉੱਠਦੇ? 4:30 5 ਮੇਰੇ 4:30। ਇਹਨੂੰ ਦੋ ਮੰਮੀਆਂ ਬਹਿ ਗਈਆਂ ਨਾ ਮੰਚੇ ਤੇ, ਇਹਨੂੰ ਫਿਰ ਕੰਮ ਕਰਨਾ ਪੈਂਦਾ। ਸਿਆਣੀ ਇਹ ਘਰ ਚ ਥੋੜੀ ਜੀ, ਦੂਜੀਆਂ ਨਿੱਕੀਆਂ ਦੋ। ਇਹ ਫਿਰ ਵਿਚਾਰੀ ਨੂੰ ਜ਼ਿੰਮੇਵਾਰੀ ਚਾਰੀ ਭਾਰੀ ਪਈ। ਇਹ ਹੁਣ ਪੜ੍ਹਦੀ ਹੈ? ਹਾਂਜੀ ਆ ਪੜ੍ਹਦੀ ਹੈ ਦੋਨੋਂ ਹੀ ਤਿੰਨੇ ਪੜ੍ਹਦੀ। ਕਰਦੇ ਵੀ ਕੰਮ ਕਰਨੇ, ਪੜ੍ਹਨ ਵੀ ਜਾਣਾ। ਹਾਂਜੀ ਕਰਦੇ ਵੀ ਕੰਮ ਕਰਨੇ, ਪੜ੍ਹਨ ਵੀ ਜਾਣਾ ਹੈ। ਉਸ ਵਕਤ ਉੱਠ ਕੇ ਵਿਚਾਰੀ ਕਰਦੀ ਆ ਵੱਡੀ, ਇਹ ਕਰਦੀ ਕਿ ਕੋਈ ਕੰਮ ਚਾਰਾ। ਹੁਣ ਕੋਈ ਉਹ ਮੈਂ ਇੱਕ ਦਿਨ ਕਹਿਤਾ ਵੀ ਪਹਿਲਾਂ ਮੈਂ ਟੋਕਾ ਕਰਦਾ ਸੀ, ਫਿਰ ਸਕੂਲ ਜਾਂਦਾ ਸੀ, ਕਾਲਜ ਜਾਂਦਾ ਸੀ। ਉਹ ਮੇਰੇ ਵਿਰੋਧੀ ਕਹੀ ਜਾਂਦੇ ਲੈ ਇਹ ਟੋਕਾ ਵੀ ਕਰਦਾ ਹੁੰਦਾ ਸੀ। ਇਹ ਕਿਹੜੀ ਗੱਲ ਹੈ? ਸਾਰੇ ਪਰਿਵਾਰ ਹੀ ਕਰਦੇ ਆ। ਚਲੋ ਲਿਓ ਥੋੜੀ, ਲਿਓ ਖਾਣਾ ਖਾਈਏ ਬੀਬੀ ਜੀ। ਆ ਫਿਰ ਇਹ ਤਾਂ ਬੀਬੀ ਨਵੇਂ ਪੁਰਾਣੇ ਕੰਮ ਹੈ, ਟੱਕ ਜਾਣਾ। ਠੀਕ ਹੈ, ਠੀਕ ਨਹੀਂ ਗੱਲ? ਮੇਰੀ ਬੀਬੀ ਤਾਂ ਇਸ ਤਰ੍ਹਾਂ ਨਹੀਂ ਸੀ ਬਣਾਉਂਦੀ, ਉਹਦਾ ਹੱਥ ਨਾਲ ਹੀ ਬਣਾਉਂਦੀ। ਚੌਂਕੀ ਲਓ ਤੁਸੀਂ। ਮੰਗਾ ਇਹਦੇ ਉੱਪਰ ਰੱਖ ਕੇ ਦੇ ਦੇ। ਨਹੀਂ ਜ਼ਿਆਦਾ ਵਧੀਆ ਰਹਿੰਦਾ। ਪਾ ਲਿਓ ਇੱਕ ਵਾਰ ਕੀ ਹੋਇਆ, ਮੈਂ ਸਕੂਲ ਤੇ ਆਇਆ, ਮੇਰੀ ਬੀਬੀ ਇਸ ਤਰ੍ਹਾਂ ਰੋਟੀਆਂ ਪਕਾ ਰਹੀ, ਇਸ ਤਰ੍ਹਾਂ ਭੈਣ ਪਕਾ ਰਹੀ ਹੈ। ਤਾਂ ਇਸ ਤਰ੍ਹਾਂ ਮੈਂ ਬੈਠ ਗਿਆ, ਸਾਡੇ ਉੱਪਰ ਨੂੰ ਇਸ ਤਰ੍ਹਾਂ ਪੌੜੀ ਜਾਂਦੀ ਹੈ, ਥੱਲੇ ਇਸ ਤਰ੍ਹਾਂ ਚੁੱਲ੍ਹਾ ਬਣਿਆ। ਮੇਰੀ ਬੀਬੀ ਨੇ ਮੈਨੂੰ ਜਿਹੜੀ ਸਵੇਰ ਦੀ ਰੋਟੀ ਸੀ ਨਾ, ਪਹਿਲਾਂ ਉਹਦੀ ਪਕਾਈ ਗਈ, ਉਹ ਰੱਖ ਲਈ ਮੈਨੂੰ ਦੇਣ ਵਾਸਤੇ। ਮੈਂ ਕਿਹਾ ਮੈਂ ਤਾਂ ਖਾਣੀ ਨਹੀਂ, ਮੈਂ ਕਿਹਾ ਮੈਂ ਤਾਂ ਤਾਜ਼ੀ ਖਾਊਂਗਾ। ਕਹਿੰਦੀ ਨਾ ਮੈਂ ਤੁਹਾਨੂੰ ਤਾਜ਼ੀ ਨਹੀਂ ਦਿੰਦੀ, ਤੈਨੂੰ ਆਹੀ ਖਾਣੀ ਪੈਣੀ। ਮੈਂ ਕਿਹਾ ਨਾ ਮੈਂ ਤਾਜ਼ੀ ਖਾਣੀ ਨਹੀਂ ਤਾਂ ਮੈਂ ਖਾਣੀ ਨਹੀਂ। ਤਾਂ ਮੈਨੂੰ ਕਹਿੰਦੀ ਚੱਲ ਤਾਜ਼ੀ ਦੇ ਦਿੰਦੀ ਆ, ਮੈਨੂੰ ਫਿਰ ਅੰਦਰ ਦੇ ਆਟਾ ਲਿਆ ਕੇ ਮੈਂ ਆਟਾ ਲੈਣ ਚਲੇ ਗਿਆ। ਉਹਨੇ ਜਿਹੜੀ ਬਾਕੀ ਦੀ ਉਹ ਵਿੱਚ ਕੜੀ ਕਰਤੀ। ਤੁਸੀਂ ਤਾਂ ਇੱਥੇ ਨਹੀਂ ਨਾ ਸੇਕਦੇ ਹੋ, ਇੱਥੇ ਸੇਕਦੇ ਹੁੰਦੇ। ਤਾਂ ਉਹਨੇ ਵਿੱਚੋਂ ਖੜੀ ਕਰਤੀ, ਮੈਨੂੰ ਵਿੱਚ ਖੜੀ ਕਰਕੇ। ਮੈਂ ਕਿਹਾ ਲੈ ਤਾਜ਼ੀ ਹੈ, ਮੈਂ ਖਾ ਲਈ। ਬਾਅਦ ਚ ਮੈਨੂੰ ਕਹਿੰਦੀ ਦੇਖਿਆ ਫਿਰ ਮੈਂ ਉਹੀ ਖੜਾਈ ਨਾ। ਮੈਂ ਕਿਹਾ ਲੈ ਹੁਣ ਵਿੱਚ ਉਹਦਾ ਖੜੀ ਕਰਕੇ ਹਟੀ। ਜਦ ਕਹਿੰਦੀ ਆਟਾ ਦੇਣ ਭੇਜਿਆ ਸੀ ਯਾਰ, ਮੈਂ ਵਿੱਚ ਖੜੀ ਕਰਤੀ। ਰੋਟੀ ਬੜੀ ਸਵਾਦ ਬਣੀ। ਘਰ ਦਾ ਇਤਫਾਕ ਰਹਿਣਾ ਬਹੁਤ। ਇਹ ਕਿੱਥੇ ਪੜ੍ਹਨ ਜਾਂਦੇ ਆ ਫਿਰ ਨਿਆਣੇ?
ਇਹ ਆਪਣੇ ਪਾਪਾ ਜੀ ਲਾਗੇ ਲਗਾ ਇਹ ਤੇ ਕਬਜੀ ਗੁਰਦਾਰਾ ਸਾਹਿਬ ਬਣਾ ਰਹੀ ਸੀ ਹਾਂਜੀ ਪਿੰਡ ਦੇ ਗੁਰਦਾਰੇ ਸਾਹਿਬ ਦੇ ਨਾਲ ਸੀ ਆਪਣੀ ਬੇਟੀਆਂ ਇੱਕ ਕਾਕੀ ਦੀ ਬੇਟੀ ਦੀ ਅੱਛੀ ਤੇ ਇੱਕ ਨੂੰ ਸਿੰਪਾਣੀ ਮਿਸ਼ਨ ਤੇ ਹਸਪੀਟਲ ਨਹੀਂ ਤਾਂ ਉੱਪਰ ਰੱਖੀ ਖਾਣ ਦਾ ਜ਼ਿਆਦਾ ਸਵਾਦ ਮੱਖਣ ਦਾ ਨਹੀਂ ਉੱਥੇ ਲੈ ਲਈ ਉੱਪਰ ਦਾ ਬੀਬੀ ਮੈਨੂੰ ਕੀ ਨਾ ਨਹੀਂ ਅੱਛਾ ਠੀਕ ਹੈ ਬਿਨਾ ਕੀ ਦੇਖਾਂ ਇਹਨੂੰ ਲੈ ਜਿਹੜੀ ਚੁੱਲ੍ਹੇ ਪਰ ਦਾਲ ਬਣਦੀ ਉਹ ਗੈਸ ਪਰ ਨਹੀਂ ਬਣਦੀ ਹਾਂਜੀ ਪੌੜੀ ਵਾਲੀ ਦਾਲ ਸਭ ਤੋਂ ਵਧੀਆ ਸਾਗ ਵੀ ਚੁੱਲ੍ਹੇ ਦਾ ਇਹ ਬਣਦਾ ਹਾਂ ਚਾਰ ਉਹਦੇ ਵਿੱਚ ਚਾਰ ਚੂਰ ਸਾਰਾ ਸਵਾਦ ਲਿਆ ਨਾ ਗਾਤੇ ਇਹ ਨਾਲ ਕੰਮ ਵੀ ਰੱਖੇ ਹੋਣੇ ਕੀਤਾ ਨਹੀਂ ਬਹੁਤ ਮਿਹਨਤ ਕਰਦੀ ਸੀ ਰੋਟੀ ਕੌਣ ਲੈ ਕੇ ਜਾਂਦਾ ਹੈ ਰੋਟੀਆਂ ਤਾਂ ਸਵੇਰੇ ਲੈ ਜਾਂਦੇ ਹਾਂਜੀ ਸਵੇਰੇ ਰੋਟੀਆਂ ਨਾਲ ਚਿਰਗਾਂ ਬੈਠੇਗਾ ਤਾਂ ਇੰਦੇ ਆਉਣਾ ਹੀ ਆਏ ਕੰਮ ਵਾਲਾ ਰੱਖੀ ਦਾ ਕੰਮ ਵਾਲੇ ਕੰਮ ਕਰਕੇ ਖੁਸ਼ੀ ਨਹੀਂ ਹੈਗੀ ਜੇ ਨਾਲ ਲਾ ਕੇ ਕਰ ਲਾਂਗੇ ਕਰ ਲੈਂਦੇ ਨੇ ਤਾਂ ਬਿਲਕੁਲ ਬਾਕੀ ਜੇ ਕਰੀਏ ਬਾਏ ਵੱਟ ਲਗਾਏਗੇ ਜੇ ਆਪ ਨਾਲ ਲੱਗ ਪਾਂਗੇ ਕਰ ਲੈਣਗੇ ਜੇ ਤਾਂ ਖਾਦ ਦਵਾਈ ਪਾਉਣ ਜਾਣਾ ਨਾਲ ਲੱਗ ਕੇ ਕਰ ਲਾਂਗੇ ਜਾਂ ਆਪ ਕਰ ਲਾਂਗੇ ਕਰ ਲੈਣਗੇ ਨਹੀਂ ਤਾਂ ਉਹ ਕਹਿੰਦੇ ਬਾਏ ਨਾ ਇਹ ਆਕਾਰ ਵਾਲਾ ਬੈਠੇ ਰਹਿ ਕੇ ਕੁਛ ਨਹੀਂ ਹੈਗਾ ਅੱਜ ਕੱਲ੍ਹ ਮਗਰ ਉਹਨਾਂ ਸਾਹਮਣੇ ਬਾਈ ਜੀ ਦਾ ਤੂੰ ਬਿਨਾ ਕਰਨਾ ਦਾ ਤੂੰ ਝੋਲੇ ਦੀ ਕਟਾਈ ਪਰ ਕਿੰਨਾ ਖਰਚਾ ਹੋਣਾ ਕਿੱਲੇ ਦਾ ਤਾਂ ਜਿਹੜੀ ਤੇ ਲੇਬਰ ਨਾਲ ਕਟਾਈ ਸੀ ਆਰ ਪੀ 4500 ਤੋਂ 5000 ਰੁਪਏ ਮੰਗਦੇ ਸੀ ਅੱਛਾ ਤੇ ਮਸ਼ੀਨ ਦਾ ਆਰ ਪੀ ਡੀਜ਼ਲ ਮਹਿੰਗਾ ਹੋਣਾ ਕਾਰਨ 3500 ਤੋਂ 4000 ਦਿੰਦੇ ਤੇ ਇਸ ਤਰ੍ਹਾਂ ਝੋਨਾ ਦਾ ਰੋਟੀ ਦਾ ਘੱਟ ਕੇ ਗਿਆ ਤਾਂ ਕਿ 2000 ਦੀ ਹੋਤਾ ਤੇ ਨਾ ਹੋਤਾ ਫਿਰ 2000 ਤੱਕ ਮਸ਼ੀਨਾਂ ਹੁਣ ਤਾਂ ਬਹੁਤ ਨਹੀਂ ਇਹ ਮਸ਼ੀਨ ਤੋਂ ਤਾਂ ਬਹੁਤ ਹੋ ਗਿਆ ਅਸੀਂ ਕਿਹੜਾ ਮੋਟਾ ਝੋਨਾ ਪਹਿਲਾਂ ਕੱਟਿਆ ਜਾਂਦਾ ਭਾਈ ਤੁਸੀਂ ਉਧਰ ਬੈਠ ਜਾਓ ਹੋ ਗਿਆ ਬਹੁਤ ਰੋਟੀ ਖਾ ਲਓ ਤੁਸੀਂ ਹਾਂਜੀ ਮੈਂ ਆਪਣੇ ਮੁੰਡੇ ਨੂੰ ਕਿਹਾ ਤੇਰਾ ਵਿਆਹ ਮਸ਼ਹੂਰ ਹੋ ਗਿਆ ਆ ਹੋ ਗਿਆ ਕਿ ਮੈਂ ਕਿਹਾ ਜੀ ਮੈਰਿਜ ਪਹਿਲੇ ਚ ਕਰਦਾ ਸ਼ਾਇਰਾਂ ਨੂੰ ਲੋਕ ਦੇਖਦੇ ਨੇ ਤੇਰਾ ਵਿਆਹ ਨਹੀਂ ਫਿਰ ਤਾਂ ਕਿਸੇ ਦੇ ਵੇਖਣਾ ਸਾਰੇ ਵੇਖਦੇ ਉਹ ਵੀ ਮੰਨ ਗਿਆ ਮੈਂ ਤਾਂ ਜਦੋਂ ਨਿਆਣੇ ਕਿਹਾ ਹੈਗੀ ਬੀਬੀ ਨਾ ਮੈਂ ਤਾਂ ਸਾਗ ਨਾਲ ਬਹੁਤ ਵਧੀਆ ਬਣਿਆ ਸਾਗ ਮੇਰੇ ਵੈਸੇ ਵਧੀਆ ਬਣਦਾ
ਚੁੱਲ੍ਹੇ ਸਾਹਮਣੇ ਵਧੀਆ ਸਾਗ ਨਹੀਂ ਕੱਢਿਆ ਚੁੱਲ੍ਹੇ ਤੇ ਬਣਾਈਏ ਨਾ ਵਧੀਆ ਬਣਦੇ ਹਾਂ ਹਾਂ ਇੱਕ ਵਾਰ ਬਣਾਇਆ ਅੱਜ ਬਣਾਇਆ ਕੱਲ ਦਾ ਬਣਾਇਆ ਨਹੀਂ ਅੱਜ ਬਣਾਇਆ ਚਾਚੀ ਅੱਜ ਕੱਲ ਤੁਹਾਨੂੰ ਪਤਾ ਸਾਗ ਬਣਾ ਲਿਆ ਸਰਗਮ ਬਣਾ ਲਿਆ ਉਹ ਕੁਝ ਸਾਗ ਤਾਂ ਬਾਸਾ ਜਿਆਦਾ ਸਵਾਦ ਹੋ ਜਾਂਦਾ ਹਾਂਜੀ ਜਿੰਨੇ ਦਿਨ ਦਾ ਵੀ ਕਈ 2 ਦਿਨ ਦਾ ਪਿਆ ਹੋਵੇ ਚਾਹੇ ਨਹੀਂ ਨਹੀਂ ਦੂਜਾ ਲੈਣਾ ਪੱਕਾ ਬਹੁਤਾ ਨਾ ਕਰਨਾ ਇੱਕ ਡੈਡੀ ਇਹ ਚੱਲ ਨਹੀਂ ਆਂਦੇ ਚਾਚੀ ਬਣਾਈ ਠੰਡਾ ਹੀ ਲੋ ਨਹੀਂ ਗਰਮੇ ਹੋਣੇ ਪੱਕੇ ਇਹ ਤੇ ਪਕਾਉਣੇ ਨੇ ਹਾਂਜੀ ਆਹ ਹੋਣੀ ਲੈ ਲਓ ਅੱਧੀ ਦੇ ਦੇ ਜ਼ਿਆਦਾ ਨਹੀਂ ਖਾਣੀ ਮੈਂ ਰਾਤ ਨੂੰ ਘੱਟ ਰੋਟੀ ਛੋਟੀ ਖਾ ਲਓ ਖਾਣੀ ਹੈ ਮੈਂ ਅੱਧੀ ਚਲੋ ਹੁਣ ਪਿੰਡ ਜਾਏ ਪਾਜੀ ਛੋਟ ਗਏ ਟੈਲੀਵਿਜ਼ਨ ਵਾਲੇ ਨੂੰ ਕਿੱਥੇ ਨਾ ਪਤਾ ਲੱਗ ਗਿਆ ਜੇ ਟੈਲੀਵਿਜ਼ਨ ਇੱਕ ਆਇਆ ਟੀਵੀ ਵਾਲਾ ਹਾਂਜੀ ਇਹ ਤਾਂ ਦੱਸਿਆ ਨਹੀਂ ਸੀ ਦੂਸਰਾ ਸਾਰੇ ਚੱਲ ਗਿਆ ਪਿੰਡ ਚ ਪਤਾ ਲੱਗ ਗਿਆ ਹਾਂ ਭਾਈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਮੈਂ ਉਰੇ ਆਣਾ ਤੁਹਾਡਾ ਨਾਂ ਹੀ ਬੜਾ ਫੇਮਸ ਹੈ ਜੀ ਹੈ ਪਿੰਡ ਵਿੱਚ ਨਾਂ ਹੀ ਬੜਾ ਫੇਮਸ ਹੈ ਤੁਸੀਂ ਇਸੇ ਪਿੰਡ ਦੇ ਹੋ ਹਾਂਜੀ ਲਾਗੇ ਅੰਮ੍ਰਿਤਸਰ ਦੇ ਪਰ ਮੈਂ ਤਾਂ ਉਹਨੇ ਦੱਸਿਆ ਨਹੀਂ ਸੀ ਆਉਣਾ ਤੁਸੀਂ ਕਿਸੇ ਨੇ ਆਉਣਾ ਮਤਲਬ ਮੈਂ ਉਰੇ ਆਉਣਾ ਇਹਨਾਂ ਦਾ ਮਿਲਣ ਜੀ ਕੀਤਾ ਤਾਂ ਮਿਲਣ ਜੀ ਕੀਤਾ ਤੁਹਾਨੂੰ ਦੇ ਆ ਗਏ ਅਰਪਨ ਨਹੀਂ ਬਸ ਪਹਿਲਾਂ ਖਾ ਬੈਠਾ ਸੋਹਣ ਤੋਂ ਡਰ बहुत स्वाद बना है बस
मेरी कई साल बाद चूल्हे पर रोटी खाती है। ਰੋਟੀ ਪੱਕਦੀ ਹੈ ਰੇਟ ਹੀ ਬਣਾਉਂਦੀ ਰੋਟੀ ਦੀ ਬਣਾਉਣੀ ਚਾਹ ਨਹੀਂ ਦਿੰਦਾ ਪਹਿਲਾਂ ਇਦਾਂ ਹੀ ਹੋਰ ਇੱਕ ਜੱਗ ਪਾਣੀ ਲਿਆਓ ਬਸ ਧਵਾਵਾਂਗੇ। मेरी दीदी भी बाहर सर्दी की बाहर मैं कहना इन्ना वधिया खाना भी नहीं बन सकता। ਬਹੁਤ ਤਰ੍ਹਾਂ चाਹੀਦੀ ਹੈ ਨਾ ਪਰ ਗੋਡੇ ਦੀ ਖਰਾਬ ਹੋ ਗਈ ਬਹੁਤ ਆ ਗਈ ਤੂੰ ਸਵਾਦ ਬਣਾ ਦੇ। ਅੱਛਾ ਹਾਂਜੀ ਮੇਰੀ ਮਾਂ ਵੀ ਸਾਰਿਆਂ ਨੂੰ ਖਿਲਾ ਕੇ ਸਭ ਨੂੰ ਖਿਲਾ ਕੇ ਉਹਨੇ ਇਕੱਲੀ ਬੈਠ ਕੇ ਆਰਾਮ ਨਾਲ ਆਵੇ ਪਾਣੀ ਲਿਆਉਣਾ ਹੱਥ ਭਾਈਏ। ਤੋਨੇ ਮੈਂ ਤਾਂ ਬਹੁਤ बहुत धन्यवाद थोड़ा बीबी बहुत अच्छा खाना बनाया कमाल हो गई मेरी माँ याद आ गई मैनू आज भाई जी इतनी बैठते आगे भाई उरी आ जाओ नहीं लाते होते बड़े श्रेष्ठ होए। जरा लाते नहीं पता कितनी देर होगी छठे में कितना भूल गया 20-25 साल हो गए। ठेके दी पींदे सी कि घर दी नहीं घर घूर की लभदी बस नहीं। भुखे लगे हो कुछ करना होंदा नहीं नहीं कोई माड़ी गल नहीं घर दी शराब अगे दे मैं नहीं कदे पीती शराब जिंदगी च नहीं पीती। एक बार मैं अपनी भैन दे नाल गया सी ब्याह नहीं हुंदा जद कुड़ी दा नाल भाई जांदा एक रात वास्ते जद मैं इन्ना क सीगा ये मुंडे जिन्ना क इस तो थोड़ा सा इन्ना क तां ओ भैन दे नाल भेजता मैनू उत्थे मेरी भैन दे सहुरे ने मैनू इन्ना क पैग पिलाता बस वही जिंदगी च शराब पीती मुड़ के नहीं मैं कदे पीती। ठीक है मैं कॉलेज विच भी चोणा लड़दा सी हाँ जी चोण लड़दा सी कॉलेज विच भी एक बार असीं चोण जित्ते हाँ जी ਤਾਂ ਮੈਨੂੰ ਕਹਿੰਦੇ ਦਾਰੂ ਪੀਓ ਜੀ ਮੈਂ ਕਿਹਾ ਮੈਂ ਤਾਂ ਨਹੀਂ ਪੀਣੀ ਮੁੰਡਿਆਂ ਨੇ ਮੇਰੇ ਸਿਰ ਵਿੱਚ ਪਾਤੀ हो साडा ਉਹਦੇ ਜੇ ਨਹੀਂ ਪੀਣੀ ਤੇਰੇ ਸਿਰ 'ਚ ਪਾ ਦਾਂਗੇ ਮੈਂ ਕਿਹਾ ਪਰ ਮੈਂ ਪੀਤੀ ਨਹੀਂ ਹਾਂਜੀ ਅਧਿਆ ਕਿਆ ਕੋਈ ਗੱਲ ਨਹੀਂ ਮੈਂ ਤਾਂ ਇਹਨੂੰ ਮੋਦੀ ਬਣਾ ਲੈਣਾ ਬਹੁਤ ਵਾਰ ਖੁੱਲਣੇ ਪੈਂਦੇ ਨਾ ਇੱਥੇ ਬੰਨਦਾ ਹੀ ਨਹੀਂ ਮੈਂ ਬੰਨ ਕੇ ਰੱਖਦਾ ਖੋਲਦਾ ਹੀ ਨਹੀਂ ਲਿਓ ਤੇ ਚਲੀ ਗਈ ਜੁੱਤੀ ਪਾ ਦੇ ਕਰ ਮੰਤਾ ਦੀ ਜੁੱਤੀ ਪਾ ਦੋ ਤੁਸੀਂ ਹੁਣ ਮੇਰੇ ਘਰ ਆਇਓ ਕਦੇ ਖਰੜ ਰਹਿਣਾ ਮੈਂ ਸਾਰਾ ਪਰਿਵਾਰ ਦੱਸ ਕੇ ਆ ਜਾਓ ਮੈਂ ਤੁਹਾਨੂੰ ਨੰਬਰ ਦੇ ਕੇ ਜਾਊਂਗਾ ਘਰਾਂ ਕੌਣ ਚਾਹੁੰਦਾ ਹੈ ਬੱਚਾ ਕੌਣ ਜ਼ਿਆਦਾ ਇਹੀ ਚੱਲਦਾ
ਇਹ ਇਕੱਲਾ ਹੀ ਜਦੋਂ ਗਾਮ ਸਾਹ ਹੋਇਆ ਫਿਰ ਮੈਂ ਕੱਲਾ ਹੀ ਜਦੋਂ ਘਰੇ ਉਦੋਂ ਫਿਰ ਚਾਚਾ ਜੀ ਨਾਲ ਹੈਲਪ ਤੇ ਜੇ ਬਾਹਰ ਫਿਰ ਬਾਹਰ ਹੈਲਪ ਆਪਾਂ ਨਾਲ ਮੈਂ ਵੀ ਆਪਣੇ ਘਰ ਚੋੜਾ ਰਿਹਾ 2 ਮੱਝਾਂ ਸੀਗੀਆਂ ਸਾਡੇ ਆ ਲੈ ਲਓ ਤੇ ਰੋਟੀ ਚਿੱਟੀ ਗਰਾ ਕੇ ਅੰਦਰ ਲੈ ਜਾਓ। ਆਪਣਾ ਤਾਂ ਸੇਮ ਮੇਨ ਕੀਤਾ ਇਹ ਹੈ ਵੀ ਚਲੋ ਆਦਤ ਪਹਿਲੇ ਦਿਨ ਤੋਂ ਘਰ ਚ ਮਾਜ ਰੱਖਣੀ ਆਪਣੇ ਕੋਲ ਪੀਣਾ ਮੁੰਡਾ ਲੈ ਕੇ ਪੀਤਾ ਨਹੀਂ ਜਾਂਦਾ ਇਹ ਵੀ ਕਦ ਕਰਾਈਏ ਤੇਰੇ ਗੋਡੇ ਠੀਕ ਹੈ ਬੀਬੀ ਤਾਂ ਬੜਾ ਰੋਣ ਤੋਂ ਠੀਕ ਨਹੀਂ ਹੋਏ ਕਰਾ ਕੇ ਦੇਖ ਲੈ ਕਰਵਾਏ ਨਹੀਂ ਮੈਡੀਸਿਨ ਵਗੈਰਾ ਰੋਪੜ ਟੀਟੀ ਕਰਕੇ ਬਦਲ ਦਿੰਦੇ ਹੈਗਾ ਠੀਕ ਹੈ ਅੱਜ ਮੈਂ ਤੁਹਾਨੂੰ ਉਹਨੂੰ ਡਾਕਟਰ ਨਾਲ ਗੱਲ ਕਰਕੇ ਟਾਈਮ ਦੇ ਦੂੰਗਾ ਠੀਕ ਹੈ ਇੰਨੀ ਕੋਈ ਉਮਰ ਨਹੀਂ ਹੋਗੀ ਤੇ ਤੇਰਾ 9/9 ਹੋ ਜਾਣਾ ਨਹੀਂ ਉਮਰ ਤੇ ਨਹੀਂ ਗਈ ਕੋਈ ਜ਼ਿਆਦਾ ਪਰ ਸਾਨੂੰ ਵੀ ਰੋਟੀ ਪਾਣੀ ਦਾ ਵੀ ਅਜੇ ਮੁਸ਼ਕਿਲ ਬਣਿਆ ਉਹਨਾਂ ਦੇ ਆਹ ਜਿਹੜੀ ਕੁੜੀ ਉੱਠਦੀ ਤੜਕੇ ਚਾਹ ਚੂ ਫੜਾਉਂਦੀ ਸਾਨੂੰ ਤੇ ਆਹ ਜਿਹੜੀ ਤੁਹਾਨੂੰ ਦੱਸਿਆ ਤੇ ਝਾੜੂ ਝੂੜੂ ਵੀ ਜਾਂਦੀ ਉਹ ਕੰਮ ਬੜਾ ਲੈ ਪੜਾਈ ਦਾ ਬੜਾ ਪੜਾਈ ਦਾ ਬਹੁਤ ਜ਼ਿਆਦਾ ਲਾ ਕੇ ਚਾਹ ਬਣਾ ਦੇਦੀ ਤੇ ਇਹਨਾਂ ਨੂੰ ਠਾ ਦੇਦਾ ਬੱਚਿਆਂ ਨੂੰ ਬਾਬੂ ਜੀ ਕੰਮ ਵਾਲੇ ਵੀ ਪਿੰਡ ਦੂਰ ਪੈ ਜਾਂਦਾ ਨਾ ਕੰਮ ਵਾਲੇ ਮੂੰਹ ਨਹੀਂ ਕਰਦੇ ਆਉਂਦੇ ਨਹੀਂ ਕੰਮ ਕਰਾਉਣ ਤਾਂ ਜਾ ਕੇ ਚੱਲ ਕਰਾ ਦੇ ਇਹ ਬਾਹਰ ਆ ਕੀ ਕਰ ਰਿਹਾ ਪਿੰਡ ਚ ਬਾਹਰ ਪਿੰਡ ਪਹਿਲਾਂ ਪਿੰਡ 'ਚ ਰਹਿੰਦੇ ਸੀ ਨਹੀਂ ਜੀ ਇਹਨਾਂ ਦਾ ਤਰਨ ਤਾਰਨ ਹਾਂਜੀ ਇਹ ਸਾਡਾ ਮਾਸੀ ਦਾ ਪੋਤੇ ਸੀ ਬਾਪੂ ਮਾਸੀ ਲਿਆਈ ਤੇ ਉਹ ਉੱਥੇ ਫਿਰ ਸਾਡਾ ਜਿਹੜਾ ਮਾਸਟਰ ਸੀ ਉਹਨੇ ਲਿਆਂਦਾ ਸਾਨੂੰ ਤੇ ਹੌਲੀ ਹੌਲੀ ਫਿਰ ਇੱਥੇ ਕਾਣਾ ਕਰ ਲਿਆ ਪਿੰਡ ਵਾ ਦੂਰ ਬੜਾ ਹੀ ਆ ਤੇ ਅਸੀਂ ਆਖਿਆ ਉੱਥੋਂ ਆਣ ਕੇ ਇੱਥੇ ਬਾਈ ਚੱਲ ਨਿੱਕੇ ਨਿੱਕੇ ਬੱਚੇ ਵੀ ਉਹਨਾਂ ਦੀ ਘਰ ਵਾਲੀ ਮਰ ਗਈ ਆਪ ਕਾਕਾ ਹੋਇਆ ਸੀ ਅਜੇ ਤੇ ਉਸ ਵੇਲੇ ਮਰ ਗਈ ਫੇਰ ਇਹ ਵਿਚਾਰਾ ਮਾਸੀ ਕੋ ਰਹਿੰਦਾ ਰਿਹਾ ਇਹ ਮਾਸੀ ਦੀਆਂ ਨਵਾਂ ਤੋਂ ਮੇਰਾ ਸਰਦਾਰ ਜਿਹੜਾ ਉਹ ਇਹਨਾਂ ਦੀ ਮਾਸੀ ਦਾ ਬੇਟਾ ਸਾਡੇ ਦਾਦੀ ਫਿਰ ਸਾਨੂੰ ਵਿਚਾਰਿਆਂ ਨੇ ਆਖਿਆ ਵੀ ਮੈਂ ਠੀਕ ਨਹੀਂ ਬੇਟਾ ਤਾਂ ਨਹੀਂ ਮੰਮੀ ਤੈਨੂੰ ਰੋਟੀ ਪਕਾਉਣੀ ਪੈਣੀ ਹੈ ਮਕਈ ਦੀ ਰੋਟੀ ਹੋਰ ਕਿਸੇ ਨੂੰ ਬਣਾਉਣੀ ਨਹੀਂ ਆਉਂਦੀ ਸਾਡੇ ਦਾਦੀ ਜੀ ਤੇ ਉਹਨਾਂ ਨੇ ਇਹਨਾਂ ਨੂੰ ਪਾਲਿਆ ਮੇਰੀ ਮਾਂ ਇਹੀ ਜੀ ਸੀਗੀ ਸੱਚੀ ਗੱਲ ਹੈ ਮੈਂ ਤੁਹਾਨੂੰ ਫੋਟੋ ਦਿਖਾ ਫੋਟੋ ਹੋਊਗੀ ਨਹੀਂ ਸ਼ਾਇਦ ਹੋਊਗੀ ਦਿਖਾਈ ਜਦੋਂ ਮਤਲਬ ਉਹਦੇ ਗੁੱਟ ਪਰ ਉਹਦੇ ਸੱਟ ਵੱਜੀ ਹੋਈ ਸੀ ਆਹ ਹੋ ਜਾਂਦਾ ਏਦਾਂ ਗਿਰ ਗਈ ਸੀ ਮੱਝਾਂ ਕੋਲ ਸੌਰੇ ਤੇ ਟੁੱਟ ਕੇ ਦੁਬਾਰੇ ਜੋੜਿਆ ਨਹੀਂ ਜਾ ਸਕਦਾ ਹਾਂ ਉਰੇ ਆਹ ਮਾਤਾ ਸਾਡੀ ਤੇ ਦਰਦ ਹੋ ਗਈ ਵੇਖੀ ਨਹੀਂ ਮੈਂ ਦੇਖੀ ਪਛਾਣ ਨਹੀਂ ਹੋਣੀ ਤਾਂ ਉੱਥੇ ਗਾਂ ਨਹੀਂ ਮਿਲਦੀ ਆ ਮੈਂ ਤੇ ਇਹਨਾਂ ਨੂੰ 60 ਸਾਲ ਵੱਡਾ ਆਹੋ ਅੱਛਾ ਮੈਂ ਤੇ ਇਹਨਾਂ ਵਾਸਤੇ ਗਾਂ ਦਾ ਦੁੱਧ ਲਿਆਉਂਦਾ ਰਿਹਾ ਕਿ ਕਰੋ ਉਹਨੇ ਦੇ ਗਾਂ ਦੇ ਦੁੱਧ ਦੇ ਵਿੱਚ ਪਾਣੀ ਪਾ ਦੇਣਾ ਇਹ ਛੋਟਾ ਜੂ ਇਹਨੂੰ ਪਿਆਉਣ ਵਾਸਤੇ ਦੁੱਧ ਪਿਆਉਣਾ ਇਹਨੂੰ ਮਾਂ ਤੋਂ ਬਿਨਾਂ ਗਾਂ ਦਾ ਦੁੱਧ ਅੱਛਾ ਇੰਨਾ ਛੋਟਾ ਸੀ ਹਾਂਜੀ ਇਹ ਤੇ ਜਰਮੀ ਲਿਆ ਇਹਨੇ ਤਾਂ ਜਰਮ ਲੈਂਦੇ ਸਾਰੇ ਗਰਮੀ ਲਿਆ ਨਾ ਉਹ ਸਾਰੇ ਗੁਜ਼ਰ ਗਏ ਨਾ ਅੱਛਾ ਅੱਛਾ ਇਹ ਤਾਂ ਬਾਪੂ ਦੇ ਘਰ ਗਰਮੀ ਲਿਆ ਉਸੇ ਵੇਲੇ ਜਿਹਦੇ ਦਾਦੀ ਉਹ ਇੱਕ ਦੋ ਦਿਨ ਇਹਨੂੰ ਕਿਹਾ ਵੀ ਕਦੀ ਬੱਕਰੀ ਦਾ ਕਦੀ ਗਾਂ ਦਾ ਮੁੜ ਕੇ ਗਾਂ ਦਾ ਸਿੱਖ ਆਇਆ ਥੋੜਾ ਜਿਹਾ ਫਿਰ ਮੈਂ ਜੋ ਚੱਲਿਆ ਮੈਂ ਕਿਹਾ ਵੈਰ ਕੇ ਵਾਲੀ ਵੇਖ ਕੇ ਗਾਂ ਲੈ ਲਈ ਅੱਛਾ ਮੈਂ ਕਿਹਾ ਨਾਲੇ ਵਾਈ ਕਰਾਂਗੇ ਤੇ ਨਾਲੇ ਇਹਨੂੰ ਮੈਂ ਜਿੰਨਾ ਇਹ ਚੀਜ਼ਾਂ ਕਰੂਗਾ ਉਹਨਾਂ ਤੇ ਚੋਇਆ ਕਰਾਂਗੇ ਬਾਕੀ ਉਹਨੂੰ ਦੇ ਦਿਆ ਕਰਾਂਗੇ ਉਹ ਅਸੀਂ ਫਿਰ ਬਲਦ ਬਾਂਦੇ ਰਹੇ ਜਿਹੜੇ ਦਾਦੀ ਜੀ ਉਹਨਾਂ ਨੂੰ ਦੁੱਧ ਬਣਾਉਣ ਲੱਗੀ ਹਾਂਜੀ ਹਾਂਜੀ ਮਿੱਠਾ ਨਾ ਪਾਇਓ ਦੇਖਾ ਰਹਿੰਦੇ ਵੋਟ ਪਾ ਕੇ ਮੜਾ ਜੇ ਆਦੂ ਪਾ ਲਓ ਕੋਈ ਗੱਲ ਨਹੀਂ ਥੋੜਾ ਪਾਇਓ ਦਾਦ
ਤੇ ਖੰਡ ਨਾ ਪਾਇਓ, ਗੁੜ ਪਾ ਦਿਓ ਥੋੜਾ ਜਿਹਾ। ਮਾੜਾ ਜਿਹਾ ਇਹ ਕਿ ਬੇਰੀ ਹੈ ਹਾਂਜੀ ਬੇਰੀ ਹੈ ਜੀ। ਬੜਾ ਦੇਰ ਲੱਗਦੀ ਹੈ। ਇੱਥੇ ਲੋਕ ਸਾਰਾ ਚੋਕਾ ਲਾਇਆ ਮੰਨ ਲਓ ਲੱਗਦਾ ਤਾਂ ਨਹੀਂ ਜਿੰਨੀ ਜਾਂਦੀ ਨਾ ਬੰਮ ਜਾਂਦੇ ਉਹਨੇ ਜੌਬ ਦੀ ਅਪਲਾਈ ਕੀਤੀ ਸੀ, ਕੁਝ ਭਰਤੀ ਬਾਹਰ ਦੀ ਕੀਤੀ ਸੀ। ਅੱਛਾ, ਆਪਣੀ ਕੋਈ ਗੱਲ ਨਹੀਂ ਭਰਤੀ। ਬਾਕੀ ਕੈਂਸਲ ਹੋ ਗਈ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो। जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।